सो प्रोटो हिस्ट्री स्टार्ट करांगे। प्रोटो हिस्ट्री दे विच देखो की होएगा, वो चीज़ां जिहड़ियां आपां नूं लिखती रूप दे विच जिन्हां दे बारे इन्फॉर्मेशन मिली है, और बट उन्हां तों अज तक कदे भी मतलब आपां इन्फॉर्मेशन नूं अपनी लैंग्वेज च ट्रांसलेट नहीं कर पाए हैं। इंडस वैली सिविलाइजेशन, जिसनों आपां हरप्पन सिविलाइजेशन भी बोलते हैं, 2600 BC ਦੇ ਵਿੱਚ शुरू हो गई सी और 1900 BC तक ਆਪਾਂ ਨੂੰ ਜਿਹੜੀ ਹੈ ਇਹ ਹਰप्पन सिविलाइजेशन है ਜਿਹੜੀ ਉਹ ਦਿਖੀ ਹੈ, ਜਾਂ इंडस वैली सिविलाइजेशन ਆਪਾਂ ਨੂੰ। इंडस वैली सिविलाइजेशन ਦਾ मतलब ਕੀ ਹੈ? सिद्धू घाटी ਦੀ ਸਭਿਅਤਾ, सिंधु घाटी ਦੀ ਸਭਿਅਤਾ। देखो जी ਆਪਾਂ ने पंजाब जीके पढ़ी सी, पंजाब जीके ਦੇ ਵਿੱਚ ਆਪਾਂ ਨੇ ਇਹ ਡਿਸਕਸ ਕੀਤਾ ਸੀ ਕਿ ਪੰਜਾਬ 7 ਦਰਿਆਵਾਂ ਦੀ ਧਰਤੀ ਸੀ, ਜਿੱਥੇ 7 ਦਰਿਆ ਬਹਿੰਦੇ ਹੁੰਦੇ ਸੀ। ਸਭ ਤੋਂ ਉੱਪਰਲਾ ਰਿਵਰ ਕਿਹੜਾ ਸੀਗਾ? ਇੰਡਸ ਰਿਵਰ ਸੀ। ਫਿਰ ਆਪਣੇ ਕੋਲੇ ਜੇਹਲਮ ਆਇਆ, ਚਨਾਬ ਆਇਆ, ਫਿਰ ਆਪਣੇ ਕੋਲ ਰਾਵੀ ਆਇਆ, ਬਿਆਸ ਆਇਆ, ਸਤਲੁਜ ਆਇਆ, ਤੇ ਲਾਸਟ ਤੇ ਸਰਸਵਤੀ ਸੀਗੀ। ਔਰ ਇੱਕ ਆਪਾਂ ਨੇ ਘੱਗਰ ਦਰਿਆ ਬਾਰੇ ਪੜਿਆ ਸੀਗਾ। ਦੇਖੋ ਜੀ, ਜੋ ਰਸਤਾ ਇੰਡਸ ਤੋਂ ਲੈ ਕੇ ਘੱਗਰ ਦੇ ਵਿੱਚ ਹੋਏਗਾ, ਉਹ ਸਾਰੇ ਦੇ ਸਾਰੇ ਰਸਤੇ ਦੇ ਵਿੱਚ ਜਿੰਨੇ ਵੀ ਲੋਕ ਵਸਦੇ ਹੋਣਗੇ ਉਸ ਨੂੰ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਬੋਲਦੇ ਹਾਂ, ਸਿੰਧੂ ਘਾਟੀ ਦੀ ਸਭਿਅਤਾ ਬੋਲਦੇ ਹਾਂ। ਇੰਡਸ ਵੈਲੀ ਸਿਵਲਾਈਜੇਸ਼ਨ ਹੁਣ ਅੱਧਾ ਹਿੱਸਾ ਅੱਜ ਦੀ ਗੱਲ ਕੀਤੀ ਜਾਵੇ ਤਾਂ ਹਿੰਦੁਸਤਾਨ 'ਚ ਹੈ, ਔਰ ਕੁਝ ਕੁ ਹਿੱਸਾ ਪਾਕਿਸਤਾਨ ਦੇ ਵਿੱਚ ਹੈਗਾ। ਕਾਫੀ ਜ਼ਿਆਦਾ ਹਿੱਸਾ ਪਾਕਿਸਤਾਨ 'ਚ ਹੈ, ਕੁਝ ਕੁ ਨਹੀਂ। ਹਿੰਦੁਸਤਾਨ 'ਚ ਤਾਂ ਬਹੁਤ ਘੱਟ ਹਿੱਸਾ ਹੈ ਇਸ ਸਮੇਂ ਇੰਡਸ ਵੈਲੀ ਸਿਵਲਾਈਜੇਸ਼ਨ ਦਾ। ਇਹਦਾ ਪੂਰੇ ਦਾ ਪੂਰਾ ਏਰੀਆ ਕਿੱਥੋਂ ਤੋਂ ਸ਼ੁਰੂ ਹੁੰਦਾ, ਕਿੱਥੇ ਤੇ ਖਤਮ ਹੁੰਦਾ, ਕਿਹੜੇ ਸ਼ਹਿਰ ਤੋਂ ਸ਼ੁਰੂ ਹੁੰਦਾ ਨਾਰਥ ਚੋਂ, ਕਿਹੜੇ ਸ਼ਹਿਰ ਤੇ ਲਾਸਟ ਤੇ ਸਾਊਥ ਦੇ ਵਿੱਚ ਖਤਮ ਹੁੰਦਾ ਹੈ, ਲੈਫਟ ਸਾਈਡ ਤੇ ਯਾਨੀ ਕਿ ਵੈਸਟ ਸਾਈਡ ਤੇ ਪਾਕਿਸਤਾਨ 'ਚ ਕਿੱਥੋਂ ਤੋਂ, ਔਰ ਈਸਟ ਸਾਈਡ ਦੇ ਵਿੱਚ ਇੰਡੀਆ ਦੇ ਵਿੱਚ ਕਿੱਥੇ ਤੱਕ ਹੈ, ਇਹ ਸਾਰਾ ਮੈਂ ਇੱਕ ਮੈਪ ਦੇ ਅਕੋਰਡਿੰਗ ਤੁਹਾਨੂੰ ਸਮਝਾਉਂਗਾ। ਪਹਿਲਾਂ ਆਪਾਂ ਜਸਟ ਬੇਸਿਕ ਇਨਫੋਰਮੇਸ਼ਨ ਇਸ ਦੀ ਲਵਾਂਗੇ ਕਿ ਮੰਨ ਕੇ ਚੱਲੋ ਤੁਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਰਹਿੰਦੇ ਹੋ, ਯਾਨੀ ਕਿ ਇੰਡਸ ਦਰਿਆ ਦੇ ਨੇੜੇ ਤੇੜੇ ਰਹਿੰਦੇ ਸੀ। ਉਸ ਸਮੇਂ ਜਦੋਂ ਇੰਡਸ ਵੈਲੀ ਸਿਵਲਾਈਜੇਸ਼ਨ ਬਣੀ ਹੈ ਤਾਂ ਕਦੋਂ ਬਣੀ ਹੈ, ਉੱਥੇ ਦੇ ਲੋਕ ਖਾਂਦੇ ਕੀ ਸੀ, ਉੱਥੇ ਦੇ ਟਾਊਨਸ ਕੈਸੇ ਸੀ, ਉੱਥੇ ਦੀ ਲਾਈਫ ਕੈਸੀ ਸੀ, ਉੱਥੇ ਦੇ ਲੋਕਾਂ ਦੇ ਵਿੱਚ ਕਲਾਕਾਰੀ ਕਿਸ ਤਰ੍ਹਾਂ ਦੀ ਸੀ, ਔਰ ਇੰਡਸ ਵੈਲੀ ਸਿਵਲਾਈਜੇਸ਼ਨ ਖਤਮ ਕਦੋਂ ਹੋਈ ਹੈ। ਕੋਈ ਵੀ ਚੀਜ਼ ਇੱਕ ਵਾਰੀ ਬਣ ਗਈ ਉਹਨੇ ਖਤਮ ਹੋਣਾ ਹੀ ਹੋਣਾ ਹੈ। ਇੰਡਸ ਵੈਲੀ ਸਿਵਲਾਈਜੇਸ਼ਨ ਐਂ ਸਮਝੋ ਇੱਕ ਜਗ੍ਹਾ ਹੈ ਜਿੱਥੇ ਅਲੱਗ-ਅਲੱਗ ਸ਼ਹਿਰ ਬਸੇ ਹੋਏ ਨੇ। ਇਸ ਪੂਰੇ ਦੇ ਪੂਰੇ ਸ਼ਹਿਰਾਂ ਦੇ ਜਿਹੜੇ ਬਸੇ ਹੋਏ ਝੁੰਡ ਨੂੰ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਕਹਿੰਦੇ ਆ। ਇੰਡਸ ਦਰਿਆ, ਸਿੰਧ ਦਰਿਆ ਤੋਂ ਲੈ ਕੇ ਘੱਗਰ ਤੱਕ ਦਾ ਜਿਹੜਾ ਰਸਤਾ ਹੈ ਉਹਦੇ ਵਿੱਚ ਜਿੰਨੇ ਵੀ ਲੋਕ ਵਸਦੇ ਹੋਣਗੇ ਉਸ ਜਗ੍ਹਾ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਕਿਹਾ ਜਾਂਦਾ ਹੈ। ਔਰ ਹਰੱਪਾ ਸਿਵਲਾਈਜੇਸ਼ਨ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਸ਼ਹਿਰ ਲੱਭਿਆ, ਪਹਿਲੀ ਸਾਈਟ ਲੱਭੀ, ਉਸ ਦਾ ਨਾਮ ਹਰੱਪਾ ਸੀ, ਇਸ ਕਰਕੇ ਇਸ ਨੂੰ ਹਰੱਪਾ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ ਹੈ। ਨਾਓ ਦੇਖੋ ਜੀ ਹੋਇਆ ਕੀ, ਆਰਕੀਓਲੋਜੀਕਲ ਫਾਈਂਡਿੰਗਸ ਜਿਹੜੀਆਂ ਬਚੇ ਹੋਏ ਕੰਕਾਲ ਸੀ ਉਹਨਾਂ ਤੋਂ ਆਪਾਂ ਨੂੰ ਬਹੁਤ ਕੁਝ ਗਿਆਨ ਪ੍ਰਾਪਤ ਹੋਇਆ, ਪਰ ਹਰੱਪਾ ਕਲਚਰ ਦੀ ਡਿਵੈਲਪਮੈਂਟ ਵਾਸਤੇ ਉਹ ਤੋਂ ਵੀ ਇਲਾਵਾ ਆਪਣੇ ਕੋਲ ਰਿਟਨ ਟੈਕਸਟ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਪ੍ਰਾਪਤ ਹੋਈਆਂ ਨੇ, ਬਟ ਉਹਨਾਂ ਤੋਂ ਅੱਜ ਤੱਕ ਆਪਾਂ ਟਰਾਂਸਲੇਟ ਨਹੀਂ ਕਰ ਪਾਏ ਹੈਗੇ ਆ। ਇਸੇ ਕਰਕੇ ਇਸ ਨੂੰ ਪ੍ਰੋਟੋ ਹਿਸਟਰੀ ਕਿਹਾ ਜਾਂਦਾ ਹੈ। ਹਰੱਪਾ ਦੇ ਅਰਲੀ ਫੇਸ ਦੇ ਵਿੱਚ ਜਦੋਂ ਹਰੱਪਾ ਸਿਵਲਾਈਜੇਸ਼ਨ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਹੋਈ ਹੈ, ਉਸ ਸਮੇਂ ਕੀ ਹੋਇਆ, ਪਿੰਡਾਂ ਤੋਂ ਸ਼ਹਿਰ ਬਣਨੇ ਸ਼ੁਰੂ ਹੋ ਗਏ, ਪਿੰਡਾਂ ਤੋਂ ਸ਼ਹਿਰ ਦੇ ਸ਼ਹਿਰ ਬਣਨੇ ਸ਼ੁਰੂ ਹੋ ਗਏ, ਔਰ ਮੈਚਿਓਰ ਜਿਹੜੀ ਮੈਚਿਓਰ ਹਰੱਪਨ ਸਿਵਲਾਈਜੇਸ਼ਨ ਹੈ ਇਸ ਨੂੰ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਜਾਂ ਹਰੱਪਨ ਸਿਵਲਾਈਜੇਸ਼ਨ ਬੋਲਦੇ ਹਾਂ। ਰਾਜੇ ਕਨਫਿਊਜ਼ ਨਹੀਂ ਹੋਣਾ, ਇੰਡਸ ਵੈਲੀ ਸਿਵਲਾਈਜੇਸ਼ਨ ਦਾ ਮਤਲਬ ਹੈ ਇੰਡਸ ਦਰਿਆ, ਸਿੰਧ ਦਰਿਆ ਤੋਂ ਲੈ ਕੇ ਘੱਗਰ ਦਰਿਆ ਦੇ ਵਿੱਚ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਸੀ ਉਹਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਕਹਿੰਦੇ ਨੇ। ਹੁਣ ਇੰਨਾ ਵੱਡਾ ਏਰੀਆ ਹੈ, ਐਡੇ ਵੱਡੇ ਏਰੀਏ ਦੇ ਵਿੱਚ ਇੱਕ ਸ਼ਹਿਰ ਜਾਂ ਇੱਕ ਪਿੰਡ ਤਾਂ ਹੋਏਗਾ ਨਹੀਂ। ਇਸ ਤਰ੍ਹਾਂ ਦੇ ਵੱਡੇ ਵੱਡੇ 12 ਸ਼ਹਿਰ ਸੀਗੇ ਜਿਹੜੇ ਅੱਜ ਤੱਕ ਲੱਭੇ ਗਏ ਨੇ। 12 ਵੱਡੀਆਂ ਵੱਡੀਆਂ ਸਾਈਟਾਂ ਸੀ ਜਿਹੜੀਆਂ ਲੱਭੀਆਂ ਗਈਆਂ ਨੇ, ਠੀਕ ਹੈ ਜੀ। ਹਲੇ ਵੀ ਅਗਰ ਦੇਖਿਆ ਜਾਵੇ ਤਾਂ ਜਿਹੜੇ ਰਿਸਰਚਰਸ ਨੇ ਉਹ ਧਰਤੀ ਨੂੰ ਖੋਦ ਕੇ ਨੀਚੋਂ ਲੱਭ ਰਹੇ ਨੇ ਕਿ ਕੀ ਇਸ ਦੇ ਵਿੱਚ ਪਹਿਲਾਂ ਪਾਸਟ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਸੀਗੀਆਂ। ਸੋ ਆਪਾਂ मैच्योर हरप्पन सिविलाइजेशन और लेट हरप्पन सिविलाइजेशन बारे पढ़ांगे भी की होया की। नेक्स्ट है सबस्टिटेंस स्ट्रेटजीज। सबस्टिटेंस स्ट्रेटजीज का मतलब क्या है, लोगों का खान पीन कैसा सी।
फोटो देख के पता लग गया होगा कि उस जमाने दे लोग किस तरह की फूड हैबिट्स सी, किस तरह दी चीजां खांदे सीगे। इस दे विच लिखा है ईट अ वाइड रेंज ऑफ प्लांट्स, लोग प्लांट्स खांदे सी, पौधे, एनिमल प्रोडक्ट्स खांदे सीगे, एनिमल प्रोडक्ट्स खांदे सी जिवें कि फिश खांदे सीगे, लोग कणक खांदे सी, चावल बहुत घट खांदे सीगे, ज्यों खांदे सी, चने खांदे सी, तिल खांदे सी, यानी कि इन्हां चीजां दी ऑलरेडी खेती वो कर चुके सी और वो चीजां उत्थे खांदे सी। प्लस फ्रूट्स तां खांदे ही खांदे सी। एनीमल्स दियां हड्डियां पाईयां गईयां ने, इस दा मतलब एनीमल्स नूं भी खांदे होणगे जां एनीमल्स नूं ओह चारदे होणगे, पशु पालन करते होणगे। बहुत सारिया हड्डियां लभियां ने, शीप्स, भेडां दियां, गावां दियां, बफैलोस, गोट, बकरी दियां, पिग, सूअर दियां, बोर, रिछ दियां, डियर, ठीक है जी, हिरन दियां बहुत सारिया ऐसिया हड्डियां मिलियां ने जिथों पता लग्या कि हो सकता उत्थों दे लोग पशु पालन करते होण जां उन्हां नूं मार के खांदे होण। ये इन्हां दी फूड हैबिट सीगी। नैक्सट है टाउन प्लैनिंग। टाउन प्लैनिंग कैसे सी, जिवें अपने चंडीगढ़ दा सैक्टर्स वाइज सारे दा सारा पूरा शहर चंडीगढ़ बनया होया है, उसी तरह ਜਿਹੜੇ उस जमाने ਦੇ लोग सी, इंडस वैली सिविलाइजेशन ਦੇ लोग ਸੀਗੇ, ਉਹਨਾਂ ਦੀ टाउन प्लैनिंग बहुत ਘੈਂਟ ਹੁੰਦੀ ਸੀਗੀ, बहुत ਵਧੀਆ ਤਰੀਕੇ ਨਾਲ टाउन प्लैनिंग ਕੀਤੀ ਹੋਈ ਸੀਗੀ। ਜਿਵੇਂ ਹੁਣ ਤੁਹਾਨੂੰ ਆ ਫੋਟੋ 'ਚ ਦਿਖ ਰਿਹਾ, ਆ ਇੱਕ ਪੂਰੇ ਦਾ ਪੂਰਾ ਸੈਕਟਰ ਬਣਾਇਆ ਹੋਇਆ, ਐ ਸਮਝ ਲਓ। ਇਹਦੇ ਵਿੱਚ ਕੀ ਹੈ, ਇੱਕ ਹਿੱਸਾ ਥੋੜਾ ਜਿਹਾ ਇਧਰਲੇ ਪਾਸੇ ਅਲੱਗ ਬਣਾਇਆ ਹੋਇਆ, ਇਹਨੂੰ ਉੱਚਾ ਕਰਕੇ ਬਣਾਇਆ ਹੋਇਆ, ਜਾਂ ਤੁਸੀਂ ਐ ਸਮਝ ਲਓ ਵੀ ਆ ਹਿੱਸਾ ਉੱਚਾ ਕਰਕੇ ਬਣਾਇਆ ਹੋਇਆ, ਬਾਕੀ ਸਾਰਾ ਹਿੱਸਾ ਕੀ ਹੈ, ਨੀਵਾਂ ਹੈ। ਜਿਹੜੇ ਹਿੱਸੇ ਉੱਚੇ ਕਰਕੇ ਬਣਾਏ ਹੋਏ ਨੇ ਇਹਨਾਂ ਨੂੰ ਆਪਾਂ ਬੋਲਦੇ ਸੀ ਸਿਟਾਡਲ, ਇਹਨਾਂ ਨੂੰ ਇਹ ਕਹਿੰਦੇ ਸੀ ਸਿਟਾਡਲ। ਔਰ ਜਿਹੜੇ ਨੀਵੇਂ ਹਿੱਸੇ ਨੇ ਉਹਨਾਂ ਨੂੰ ਆਪਾਂ ਕੀ ਬੋਲਦੇ ਸੀ, ਲੋਅਰ ਟਾਊਨ ਬੋਲਦੇ ਸੀ। ਕਿਹਾ ਜਾਂਦਾ ਹੈ ਕਿ ਸਿਟਾਡਲ ਦੇ ਵਿੱਚ ਉਹ ਲੋਕ ਰਹਿੰਦੇ ਸੀਗੇ ਜਿਹੜੇ ਮਤਲਬ ਟਾਊਨਸ ਬਣਾਉਂਦੇ ਹੁੰਦੇ ਸੀ, ਯਾਨੀ ਕਿ ਜਿਹੜੇ ਆਰਕੀਟੈਕਟ ਸੀਗੇ, ਜਾਂ ਇਹ ਕਹਿ ਲਓ ਵੀ ਜੇ ਉਸ ਜ਼ਮਾਨੇ ਦੇ ਵਿੱਚ ਮੰਨ ਲਓ ਕੋਈ ਬੈਂਕ ਹੁੰਦੇ ਸੀ ਤਾਂ ਬੈਂਕਾਂ ਨੂੰ ਚਲਾਉਣ ਵਾਲੇ ਜਿਹੜੇ ਬੰਦੇ ਸੀ ਉਹ ਜਾਂ ਵਪਾਰੀ, ਵੱਡੇ ਵੱਡੇ ਵਪਾਰੀ ਸੀਗੇ, ਉਹ ਸਿਟਾਡਲ 'ਚ ਰਹਿੰਦੇ ਸੀ ਔਰ ਆਮ ਪਬਲਿਕ ਹੈ ਜਿਹੜੀ ਉਹ ਨੀਚੇ ਲੋਅਰ ਟਾਊਨ ਦੇ ਵਿੱਚ ਰਹਿੰਦੀ ਸੀ। ਜਿਹੜੇ ਆਹ ਪੂਰੇ ਦਾ ਪੂਰਾ ਨਕਸ਼ਾ ਬਣਿਆ ਹੋਇਆ ਕਹਿੰਦਾ ਇਹਦੇ ਵਿੱਚ ਛੋਟੀਆਂ ਛੋਟੀਆਂ ਗਲੀਆਂ ਸੀਗੀਆਂ, ਕਹਿੰਦਾ ਗਲੀਆਂ ਵੀ ਇਸ ਤਰ੍ਹਾਂ ਬਣਾਈਆਂ ਹੋਈਆਂ ਸੀ ਵੀ ਜਿਵੇਂ ਪਲੈਨਿੰਗ ਇਸ ਤਰ੍ਹਾਂ ਕੀਤੀ ਹੋਈ ਹੈ ਵੀ ਆਹ ਗਲੀਆਂ ਨੇ ਔਰ ਗਲੀਆਂ ਦੇ ਵਿੱਚ ਦੀ ਇਸ ਤਰ੍ਹਾਂ ਗਲੀਆਂ ਨਿਕਲ ਰਹੀਆਂ ਨੇ ਔਰ ਹਰ ਘਰ ਦੇ ਵਿੱਚੋਂ ਇੱਕ ਇੱਕ ਨਾਲੀ ਨਿਕਲਦੀ ਸੀਗੀ ਔਰ ਉਹ ਜਿਹੜਾ ਘਰ ਦਾ ਜਿੰਨਾ ਵੀ ਗੰਦਾ ਪ੍ਰੋਡਕਟ ਸੀ, ਵੇਸਟ ਪ੍ਰੋਡਕਟ ਸੀ, ਉਹ ਸਾਰੇ ਬਾਹਰ ਦੀ ਨਾਲੀ ਦੇ ਵਿੱਚ, ਗਲੀ ਦੇ ਵਿੱਚ ਨਾਲੀ ਦੇ ਵਿੱਚ ਪੈਂਦਾ ਸੀ। ਔਰ ਇਹ ਜਿਹੜੀ ਛੋਟੀ ਨਾਲੀ ਹੈ ਉਹ ਗਾਹਾਂ ਜਾ ਕੇ ਬਾਹਰ ਵੱਡੇ ਨਾਲੇ ਦੇ ਨਾਲ ਕਨੈਕਟਡ ਸੀ। ਯਾਨੀ ਕਿ ਇੱਥੋਂ ਇਹ ਪਤਾ ਲੱਗਦਾ ਹੈ ਕਿ ਉੱਥੋਂ ਦੇ ਲੋਕ ਸਫਾਈ ਪ੍ਰਸਤ ਸੀਗੇ, ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਟਾਊਨਸ ਸੀਗੇ ਜਿਹੜੇ ਆਪਣੇ ਮੇਨਟੇਨ ਕੀਤੇ ਹੋਏ ਸੀਗੇ। ਹੋਰ ਇੱਥੋਂ ਆਪਾਂ ਨੂੰ ਕੀ ਲੱਭਿਆ, ਕਹਿੰਦਾ ਆਪਾਂ ਨੂੰ ਇੱਥੋਂ ਇੱਟਾਂ ਲੱਭੀਆਂ ਨੇ। ਇੱਟਾਂ ਜਿਹੜੀਆਂ ਸੀ ਉਹਨਾਂ ਦੇ ਜਿਹੜੇ ਸਾਈਜ਼ ਸੀ ਇੱਟ ਦਾ, ਯਾਨੀ ਕਿ ਇਹਦਾ ਮਤਲਬ ਇਹ ਹੈ ਉੱਥੇ ਨਾ ਭੱਠੀਆਂ ਵੀ ਲੱਗੀਆਂ ਹੋਈਆਂ ਹੋ ਸਕਦੀਆਂ ਨੇ। ਇੱਟਾਂ ਦੇ ਜਿਹੜੇ ਭੱਠੇ ਦੇ ਵਿੱਚੋਂ ਇੱਟਾਂ ਬਣੀਆਂ ਹੋਈਆਂ ਨੇ ਉਹ 4:2:1, ਯਾਨੀ ਕਿ 4 ਇੰਚ ਲੰਬੀ, 2 ਇੰਚ ਚੌੜੀ ਔਰ 1 ਇੰਚ ਉੱਚੀ, ਇਸੇ ਸਾਈਜ਼ ਦੀਆਂ ਸਾਰੀਆਂ ਇੱਟਾਂ ਨੇ। ਕਿਸੇ ਵੀ ਇੱਟ ਦਾ ਸਾਈਜ਼ ਛੋਟਾ ਜਾਂ ਵੱਡਾ ਨਹੀਂ ਹੈਗਾ। ਇਟ ਮੀਨਸ ਉੱਥੋਂ ਦੇ ਲੋਕਾਂ ਨੇ ਸਾਂਚੇ ਇਸ ਤਰ੍ਹਾਂ ਦੇ ਬਣਾਏ ਰੱਖੇ ਹੋਏ ਹੋ ਸਕਦੇ ਨੇ ਵੀ ਇੱਟ ਦਾ ਸਾਈਜ਼ ਜਿਹੜਾ ਪ੍ਰੋਪਰ ਹੋਵੇ। ਇਹਨਾਂ ਦਾ ਪ੍ਰੋਪਰ ਡਰੇਨੇਜ ਸਿਸਟਮ ਸੀ, ਯਾਨੀ ਕਿ ਨਿਕਾਸੀ ਸਿਸਟਮ ਪੂਰਾ ਸਟਰੋਂਗ ਹੁੰਦਾ ਸੀ। ਇਹ ਇਹਨਾਂ ਦੀ ਟਾਊਨ ਪਲੈਨਿੰਗ ਬਾਰੇ ਦੱਸਿਆ ਗਿਆ। ਨੈਕਸਟ ਸੋਸ਼ਲ ਲਾਈਫ, ਇੱਕ ਇਹੋ ਜਿਹੀ ਜ਼ਿੰਦਗੀ ਜਿਉਂਦੇ ਸੀ ਲੋਕ ਇੱਥੇ ਦੇ ਨੈਕਲਸ ਪਾਉਂਦੇ ਸੀ, ਬੀਡਸ ਮਾਲਾਵਾਂ ਪਾਉਂਦੇ ਸੀ, ਲੋਕ ਇੱਥੇ ਦੇ ਸੀਲਸ ਬਣਾਉਂਦੇ ਸੀ, ਸਟੀਲ ਯਾਨੀ ਕਿ ਸਟੈਂਪ ਬਣਾਉਂਦੇ ਸੀ। ਠੀਕ ਹੈ, ਇੱਥੋਂ ਦੇ ਲੋਕ ਵਪਾਰੀ ਸੀਗੇ, ਇੱਥੇ ਦੇ ਲੋਕ ਸੀਗੇ ਜਿਹੜੇ ਆਰਕੀਟੈਕਟ ਸੀਗੇ, ਯਾਨੀ ਕਿ ਟਾਊਨ ਬਣਾਉਂਦੇ ਸੀ, ਟਾਊਨ ਪਲੈਨਰ ਸੀ। ਕਈ ਵਾਰ ਤਾਂ ਲੋਕ ਆਪਣੇ ਕੋਈ ਚੀਜ਼ ਕਿਸੇ ਨੇ ਮਤਲਬ ਇੰਪੋਰਟੈਂਟ ਕੀਤੀ ਤਾਂ ਉਸਨੂੰ ਉਹ ਲਿਖਵਾਉਂਦੇ ਵੀ ਸੀ, ਪਰ ਲਿਖੀਆਂ ਹੋਈਆਂ ਚੀਜ਼ਾਂ ਦਾ ਅੱਜ ਤੱਕ ਆਪਾਂ ਨੂੰ ਇਸ ਦਾ ਗਿਆਨ ਨਹੀਂ ਹੋ ਸਕਿਆ ਹੈ। ਇੱਥੋਂ ਦੇ ਲੋਕ ਮੈਨੇਜਰ ਸੀ, ਰੂਲਿੰਗ ਕਲਾਸ ਤੋਂ ਬਿਲੋਂਗ ਕਰਦੇ ਸੀ। ਜਿਹੜੇ ਲੋਕ ਸਿਟਾਡਲ 'ਚ ਰਹਿੰਦੇ ਸੀਗੇ ਉਹ ਵੱਡੇ ਵੱਡੇ ਵਪਾਰੀ, ਵੱਡੇ ਵੱਡੇ ਰਾਈਟਰ, ਵੱਡੇ ਵੱਡੇ ਟਾਊਨ ਪਲੈਨਰ, ਵੱਡੇ ਵੱਡੇ ਮੈਨੇਜਰ ਸੀਗੇ। ਔਰ ਜਿਹੜੇ ਨੀਚਲੇ ਪਾਸੇ 'ਚ ਰਹਿੰਦੇ ਸੀ ਉਹ ਆਮ ਨਾਰਮਲ ਪਬਲਿਕ ਹੁੰਦੀ ਸੀਗੀ। ਨੈਕਸਟ, ਕੀ ਉੱਥੋਂ ਦੇ ਲੋਕ, ਉਸ ਜ਼ਮਾਨੇ ਦੇ ਲੋਕ ਧਰਮ ਨੂੰ ਮੰਨਦੇ ਸੀ? ਯੈਸ, ਇਹਨਾਂ ਦੀ ਸੀਲ ਤੋਂ ਪਤਾ ਲੱਗਿਆ। ਇੱਕ
ਸਟੈਂਪ ਬਣੀ ਹੋਈ ਲੱਭੀ ਸੀਗੀ, ਜਿਸ ਇੱਕ ਦੋ ਸਟੈਂਪਾਂ ਬਣੀਆਂ ਹੋਈਆਂ ਲੱਭੀਆਂ ਨੇ, ਜਿਸ ਦੇ ਵਿੱਚ ਆਹ ਸਟੈਂਪ ਜਿਹੜੀ ਹੈ, ਇਹ ਸਟੈਂਪ ਦੇ ਉੱਤੇ ਇੱਕ ਫੋਟੋ ਬਣੀ ਹੋਈ ਹੈ, ਜਾਣੀ ਕਿ ਲੋਕ ਹੋ ਸਕਦਾ ਇਹਦੀ ਪੂਜਾ ਕਰਦੇ। ਇੱਥੋਂ ਆਪਾਂ ਨੂੰ ਪਤਾ ਲੱਗਿਆ ਇਹਨਾਂ ਦਾ ਜਿਹੜਾ ਮੇਲ ਦੇਵਤਾ ਸੀ ਉਹਦਾ ਨਾਮ ਪਸ਼ੂਪਤੀ ਸੀ। ਇਹਨੂੰ ਪਸ਼ੂਪਤੀ ਸੀਲ ਕਿਹਾ ਜਾਂਦਾ। ਇਸ ਪਸ਼ੂਪਤੀ ਸੀਲ ਦੇ ਵਿੱਚ ਇੱਕ ਬੰਦਾ ਬੈਠਾ ਹੈ ਔਰ ਉਹ ਯੋਗਾ ਦੇ ਪੋਸਚਰ 'ਚ ਬੈਠਾ ਹੈ। ਇੱਕ ਬੰਦਾ ਹੋ ਸਕਦਾ ਹੈ ਜਾਂ ਕੋਈ ਵੀ ਚੀਜ਼ ਹੋ ਸਕਦੀ ਹੈ, ਯੋਗਾ ਵਾਲੇ ਪੋਸਚਰ 'ਚ ਬੈਠੇ ਹੈ ਔਰ ਇਹਦੇ ਉੱਪਰ ਤੇ ਨੀਚੇ ਦੋ, ਮਤਲਬ ਦੋਨੋਂ ਸਾਈਡਾਂ ਤੋਂ ਉੱਪਰਲੇ ਪਾਸੇ ਦੋ ਸਿੰਗ ਦਿਖਦੇ ਨੇ ਆਪਾਂ ਨੂੰ, ਹੌਰਨਸ ਦਿਖਦੇ ਨੇ। ਐਂਡ ਇਹਦੇ ਨਾਲ ਦੇਖੋ 3 ਫੇਸ ਨੇ ਇਸ ਦੇ, 2 ਹੌਰਨਸ ਨੇ ਇਸ ਬੰਦੇ ਦੇ, ਯਾਨੀ ਕਿ ਇਸ ਮੂਰਤੀ ਦਾ ਮੂੰਹ 3 ਨੇ, ਇੱਕ ਇਧਰਲੇ ਪਾਸੇ ਮੂੰਹ ਹੈ, ਇੱਕ ਇਧਰਲੇ ਪਾਸੇ, ਇੱਕ ਇਧਰਲੇ ਪਾਸੇ ਮੂੰਹ ਹੈ। ਐਂਡ ਇਹਦੇ 2 ਸਿੰਗ ਨੇ, ਹੌਰਨਸ ਨੇ। ਐਂਡ ਇਹਦੇ ਆਲੇ ਦੁਆਲੇ ਤੁਹਾਨੂੰ 4 ਜਾਨਵਰ ਦਿਖਣਗੇ। 4 ਜਾਨਵਰ ਕਿਹੜੇ ਕਿਹੜੇ? ਇੱਕ ਤੁਹਾਨੂੰ ਇੱਧਰ ਹਾਥੀ ਦਿਖੂਗਾ ਇਸ ਡਾਇਰੈਕਸ਼ਨ 'ਚ, ਇੱਥੇ ਤੁਹਾਨੂੰ ਚਿੱਤਾ ਦਿਖੂਗਾ ਟਾਈਗਰ, ਇੱਥੇ ਤੁਹਾਨੂੰ ਬਫੈਲੋ ਮੱਝ ਦਿਖ ਰਹੀ ਹੈ ਔਰ ਇੱਥੇ ਤੁਹਾਨੂੰ ਰਾਈਨੋ ਯਾਨੀ ਕਿ ਝੋਟਾ ਦਿਖ ਰਿਹਾ। ਕਹਿੰਦਾ 4 ਦਿਸ਼ਾਵਾਂ ਦੇ ਵਿੱਚ ਵਾਲੀ ਚਾਰੇ ਦੇ ਚਾਰੇ ਪਾਸੇ, ਇਹਦੇ ਸਿਰ ਦੇ ਚਾਰੇ ਪਾਸੇ 4 ਅਲੱਗ-ਅਲੱਗ ਜਾਨਵਰ ਸੀਗੇ। ਇਹ ਸੀਲ ਦੇ ਵਿੱਚ ਪ੍ਰਾਪਤ ਹੋਇਆ, ਆਪਾਂ ਨੂੰ ਮਿਲਿਆ। ਐਂਡ ਕਹਿੰਦਾ ਪੈਰਾਂ ਦੇ ਵਿੱਚ 2 ਡੀਅਰ ਸੀ, ਯਾਨੀ ਕਿ ਹਿਰਨ ਸੀਗੇ। ਜੇ ਤੁਸੀਂ ਪੈਰਾਂ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਨੀਚੇ ਪੈਰਾਂ ਦੇ ਵਿੱਚ ਇੱਕ ਹਿਰਨ ਦਿਖ ਰਿਹਾ, ਇੱਕ ਇੱਥੇ ਪੇਜ ਫਟਿਆ ਹੋਇਆ। ਸੀਲ ਇੰਨੀ ਕੀ ਦਿਖੀ ਹੈ, ਕਹਿੰਦਾ 2 ਹਿਰਨ ਹੋਇਆ ਕਰਦੇ ਸੀਗੇ। ਐਂਡ ਜਿਹੜੀ ਇਹ ਮਾਤਾ ਨੂੰ ਮੰਨਦੇ ਸੀਗੇ, ਉਸ ਮਾਤਾ ਦਾ ਨਾਮ ਮਦਰ ਗੋਡਸ ਸੀਗਾ। ਇਸ ਦੀ ਆਹ ਜਿਹੜੀ ਫੋਟੋ ਮਿਲੀ ਹੈ, ਯਾਨੀ ਕਿ ਇਸ ਦੀ ਮੂਰਤੀ ਮਿਲੀ ਹੈ, ਇੱਥੋਂ ਐਸਟੀਮੇਟ ਲਗਾਇਆ ਗਿਆ ਕਿ ਹੋ ਸਕਦਾ ਹੈ ਇਹ ਇਸ ਦੇਵੀ ਦੀ ਪੂਜਾ ਕਰਦੇ ਹੋਣ। ਯਾਨੀ ਕਿ ਇਹਨਾਂ ਦਾ ਧਰਮ ਇਸ ਤਰ੍ਹਾਂ ਦਾ ਸੀ ਕਿ ਇਹ ਪਸ਼ੂਪਤੀ ਦੀ ਪੂਜਾ ਕਰਦੇ ਸੀ ਔਰ ਮਦਰ ਗੋਡਸ ਦੀ ਪੂਜਾ ਕਰਿਆ ਕਰਦੇ ਸੀ। ਸੋਸ਼ਲ ਸਟੈਰੀਫਿਕੇਸ਼ਨ ਦਾ ਮਤਲਬ ਕੀ ਹੈ ਜੀ, ਅੱਗੇ ਦੇਖਦੇ ਹਾਂ। ਕਹਿੰਦੇ ਜਦੋਂ ਲੋਕ ਮਰ ਜਾਂਦਾ ਸੀ ਕੋਈ ਬੰਦਾ, ਤਾਂ ਉਸ ਨੂੰ ਲੋਕ ਦਫਨਾ ਦਿੰਦੇ ਸੀ ਔਰ ਦਫਨਾਉਣ ਤੋਂ ਬਾਅਦ ਉਹਦੇ ਨਾਲ ਬਹੁਤ ਸਾਰੇ ਚੀਜ਼ਾਂ ਰੱਖ ਦਿੱਤੀਆਂ ਜਾਂਦੀਆਂ ਸੀ। ਲੋਕ ਇੱਥੋਂ ਇਹ ਐਸਟੀਮੇਟ ਲਗਾਇਆ ਜਾਂਦਾ ਹੈ ਕਿ ਹੋ ਸਕਦਾ ਹੈ ਲੋਕ ਇਸ ਚੀਜ਼ 'ਚ ਵਿਸ਼ਵਾਸ ਰੱਖਦੇ ਹੋਣ ਕਿ ਜਿਹੜੀਆਂ ਸਮਾਨ ਅਸੀਂ ਇਸ ਬੰਦੇ ਦੇ ਨਾਲ ਰੱਖਦੇ ਹਾਂ, ਹੋ ਸਕਦਾ ਹੈ ਅਗਲੇ ਜਨਮ ਦੇ ਵਿੱਚ ਇਹ ਸਮਾਨ ਉਸਨੂੰ ਉੱਥੇ ਨਾਲ ਮਿਲ ਜਾਏ। ਇਸ ਕਰਕੇ ਜਿਹੜੀ ਇਹਨਾਂ ਦੀ ਬਿਊਰਲ ਪ੍ਰੈਕਟਿਸ ਸੀਗੀ, ਯਾਨੀ ਕਿ ਦਫਨਾਉਣ ਦੀ ਤਰੀਕੇ ਨੇ ਜਿਹੜੇ ਉਹ ਅਲੱਗ-ਅਲੱਗ ਪਾਏ ਗਏ ਨੇ। ਕਿਸੇ ਜਗ੍ਹਾ ਤੇ ਤਾਂ ਇੱਟਾਂ ਦੇ ਵਿੱਚ ਚਿਣਵਾਇਆ ਗਿਆ, ਕਿਸੇ ਜਗ੍ਹਾ ਦੇ ਵਿੱਚ ਖੋਦ ਕੇ ਉਹਨੂੰ ਬਕਸੇ ਦੇ ਵਿੱਚ ਬੰਦ ਕਰਕੇ ਦਫਨਾਇਆ ਗਿਆ। ਕਈ ਜਗ੍ਹਾ ਤੇ ਨਾਲ ਆਪਾਂ ਨੂੰ ਮਟਕੇ, ਕੁਆਇਨਸ, ਸਿੱਕੇ ਜਾਂ ਹੋਰ ਵੀ ਜੁਐਲਰੀ ਹੈ ਜਿਹੜੀ ਉਹ ਨਾਲ-ਨਾਲ ਦੇਖਣ ਨੂੰ ਮਿਲੀ ਹੋਈ ਹੈ। ਨੈਕਸਟ, ਜਿਹੜੇ ਇੱਥੋਂ ਦੇ ਲੋਕ ਸੀਗੇ ਬਹੁਤ ਲਗਜ਼ੂਰੀਅਸ ਲਾਈਫ ਜਿਉਂਦੇ ਸੀਗੇ। ਬਹੁਤ ਸਾਰੀਆਂ ਲਗਜ਼ਰੀ ਆਈਟਮ ਸੀਗੀਆਂ ਜਿਹੜੀਆਂ ਉਹ ਟੈਕਨੋਲੋਜੀ ਦੇ ਨਾਲ ਉਸ ਜ਼ਮਾਨੇ ਵਿੱਚ ਬਣੀਆਂ ਹੋਈਆਂ ਸੀ। ਤੁਸੀਂ ਦੇਖੋ ਵੀ ਜਿਹੜੀਆਂ ਨੀਚੇ ਤੁਹਾਨੂੰ ਫੋਟੋਜ਼ ਦਿਖ ਰਹੀਆਂ ਨੇ, ਕਹਿੰਦਾ ਯੂਟਿਲਿਟੇਰੀਅਨ ਆਬਜੈਕਟਸ, ਯਾਨੀ ਕਿ ਮਿੱਟੀ ਦੇ ਭਾਂਡੇ ਜਾਂ ਰਸੋਈ ਦੇ ਵਿੱਚ ਯੂਜ਼ ਕਰਨ ਵਾਲੇ ਭਾਂਡੇ ਨੇ ਜਿਹੜੇ, ਉਹ ਵੀ ਬਹੁਤ ਤਰੀਕੇ ਨਾਲ ਬਣਾਏ ਹੋਏ ਸੀਗੇ। ਯਾਨੀ ਕਿ ਐਸੀਆਂ ਚੀਜ਼ਾਂ ਵੀ ਉੱਥੋਂ ਆਪਾਂ ਨੂੰ ਮਿਲੀਆਂ ਹੈਗੀਆਂ ਨੇ। ਯਾਨੀ ਕਿ ਬਹੁਤ ਵਧੀਆ ਲਾਈਫ ਉੱਥੋਂ ਦੇ ਲੋਕ ਜਿਉਂਦੇ ਹੁੰਦੇ ਸੀ। ਕਰਾਫਟ ਦੀ ਗੱਲ ਕੀਤੀ ਜਾਵੇ, ਇੱਥੋਂ ਦੇ ਲੋਕ ਜਿਹੜੇ ਸੀ ਬਹੁਤ ਜ਼ਿਆਦਾ ਸਕਿਲਫੁਲ ਸੀਗੇ, ਯਾਨੀ ਕਿ ਬਹੁਤ ਕਲਾਕਾਰ ਸੀ, ਹੱਥ ਦੇ ਮਾਹਿਰ ਸੀਗੇ। ਠੀਕ ਹੈ ਜੀ। ਇਹ ਨੀਚੇ ਇੱਕ ਸਾਈਟ ਦਾ ਨਾਮ ਲਿਖਿਆ ਹੋਇਆ ਛੰਨੂਦਾਰੋ, ਜਿਹਦੇ ਬਾਰੇ ਆਪਾਂ ਬਾਅਦ ਦੇ ਵਿੱਚ ਪੜਾਂਗੇ। ਛੰਨੂਦਾਰੋ ਕੀ ਸੀ? 12 ਸਾਈਟਸ ਦੇ ਵਿੱਚੋਂ ਇੱਕ ਸਾਈਟ ਸੀ ਛੰਨੂਦਾਰੋ, ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ ਸੀਗੀਆਂ। ਇਹਦੇ ਬਾਰੇ ਆਪਾਂ ਬਾਅਦ ਚ ਡਿਟੇਲ ਚ ਪੜਾਂਗੇ। ਆਹ ਚੀਜ਼ਾਂ ਨੇ, ਕਹਿੰਦੇ ਇਹੋ ਜਿਹੀਆਂ ਚੀਜ਼ਾਂ ਬਣਾਉਣ ਦੇ ਮਾਹਿਰ ਸੀਗੇ, ਜਿਹੜੀਆਂ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ। ਕਹਿੰਦੇ ਇੰਨੇ ਸਕਿੱਲਸ ਸੀ ਲੋਕਾਂ ਕੋਲੇ ਕਿ ਜਿਹੜੀ ਮਰਜ਼ੀ ਚੀਜ਼ ਬਣਾ ਸਕਦੇ ਸੀਗੇ। ਹੁਣ ਕੋਈ ਵੀ ਚੀਜ਼ ਬਣੀ ਹੈ ਤਾਂ ਉਹ ਖਤਮ ਵੀ ਹੋਊਗੀ। ਆਪਾਂ ਨੂੰ ਕਿਵੇਂ ਪਤਾ ਲੱਗਿਆ ਵੀ ਹਰੱਪਾ ਸਿਵਿਲਾਈਜੇਸ਼ਨ ਜਾਂ ਇੰਡਸ ਵੈਲੀ ਸਿਵਿਲਾਈਜੇਸ਼ਨ ਹੈ ਜਿਹੜੀ ਉਹ ਖਤਮ ਹੋ ਗਈ ਪੂਰੀ ਦੀ ਪੂਰੀ? ਦੇਖੋ ਜੀ, ਦਰਿਆ ਦੇ ਨੇੜੇ ਤੇੜੇ ਲੋਕ ਰਹਿੰਦੇ ਸੀਗੇ। ਇੰਦਸ ਦਰਿਆ ਤੋਂ ਲੈ ਕੇ ਘੱਗਰ ਤੱਕ ਜਿੰਨਾ ਵੀ ਰਸਤਾ ਹੈ, ਸਾਰੇ ਦਾ ਸਾਰਾ ਤਕਰੀਬਨ ਕਿਹੜਾ ਏਰੀਆ ਹੈ? ਦਰਿਆਵਾਂ ਵਾਲਾ ਏਰੀਆ ਹੈ। ਹੋ ਸਕਦਾ ਹੈ ਇਹ ਦਰਿਆ ਦੇ ਵਿੱਚ ਹੜ੍ਹ ਆ ਗਏ ਹੋਣ, ਪਾਣੀ ਵੱਧ ਗਿਆ ਹੋਵੇ ਤੇ ਇਹਨਾਂ ਦਾ ਪੂਰਾ ਜਿਹੜੀ ਸਾਈਟ ਹੈ ਉਹ ਪਾਣੀ ਦੇ ਅੰਦਰ ਡੁੱਬ ਗਈ ਹੋਵੇ, ਫਲੱਡ ਆ ਗਏ ਹੋਣ, ਅਰਥਕੁਏਕ, ਭੂਚਾਲ ਆ ਗਏ ਹੋਣ। ਹੋ ਸਕਦਾ ਇੱਥੇ ਆਂਧੀਆਂ ਤੂਫਾਨ ਆ ਗਏ ਹੋਣ। ਹੋ ਸਕਦਾ ਕਿ ਜਿਹੜੀ ਉਹ ਲਾਈਫ ਜਿਉਂਦੇ ਸੀਗੇ, ਇੱਕ ਟਾਈਮ ਤੇ ਆ ਕੇ ਉਹਨਾਂ ਨੂੰ ਚੀਜ਼ਾਂ
ਬਣਾਉਣ ਵਾਸਤੇ ਰਿਸੋਰਸਸ ਖਤਮ ਹੋ ਗਏ ਹੋਣ। ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚ ਲੋਕਾਂ ਨੇ ਮਤਲਬ ਬਾਹਰਲੇ ਹੋਰ ਲੋਕਾਂ ਨੇ ਆ ਕੇ ਇਹਨਾਂ ਦੇ ਉੱਤੇ ਅਟੈਕ ਟੂ ਕਰਨਾ ਸ਼ੁਰੂ ਕਰ ਦਿੱਤਾ ਹੋਵੇ। ਹੋ ਸਕਦਾ ਇਹਨਾਂ ਦਾ ਡਰੇਨੇਜ ਸਿਸਟਮ ਖਤਮ ਹੋ ਗਿਆ ਹੋਵੇ। ਇਹ ਕੁਝ ਕਾਰਨ ਨੇ, ਬਟ ਇਹ ਚੀਜ਼ਾਂ ਅਗਰ ਆਪਾਂ ਨੂੰ ਲਿਖਤੀ ਰੂਪ ਚ ਮਿਲੀਆਂ ਨੇ, ਪਰ ਇਹਨਾਂ ਤੋਂ ਕੋਈ ਵੀ ਐਸਟੀਮੇਟ ਹੀ ਲਗਾਏ ਜਾ ਸਕਦੇ ਨੇ, ਪਰ ਇਹਨਾਂ ਤੋਂ ਪ੍ਰੋਪਰ ਤਰੀਕੇ ਨਾਲ ਆਪਾਂ ਟਰਾਂਸਲੇਟ ਕਰਕੇ ਕੋਈ ਇਨਫੋਰਮੇਸ਼ਨ ਨਹੀਂ ਲੈ ਸਕਦੇ। ਇਸੇ ਲਈ ਇਸ ਨੂੰ ਪ੍ਰੋਟੋ ਹਿਸਟਰੀ ਕਿਹਾ ਜਾਂਦਾ ਹੈ। ਹੁਣ ਆਪਾਂ ਉਹ ਚੀਜ਼ ਸ਼ੁਰੂ ਕਰਾਂਗੇ ਜਿਸ ਦੇ ਵਿੱਚੋਂ ਤੁਹਾਨੂੰ ਐਗਜ਼ਾਮ ਦੇ ਵਿੱਚੋਂ ਕੁਐਸਚਨ ਡੈਫੀਨੇਟਲੀ ਇੱਕ ਆਉਣਾ ਹੀ ਆਉਣਾ ਹੈ। ਮੇਰਾ ਕੁਐਸਚਨ ਹੋਊਗਾ ਕਿ ਕਿਹੜੀ ਸਾਈਟ ਹੈ ਜਿਹੜੀ ਉਹ ਲੱਭੀਆਂ ਨੇ। ਇੰਡਸ ਵੈਲੀ ਸਿਵਲਾਈਜੇਸ਼ਨ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਫੈਲਿਆ ਹੋਇਆ ਸੀ, ਐਂਡ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ 12 ਜਿਹੜੇ ਅਲੱਗ-ਅਲੱਗ ਸਾਈਟਸ ਲੱਭੀਆਂ ਨੇ। ਸਭ ਤੋਂ ਪਹਿਲੀ ਸਾਈਟ ਹਰੱਪਾ ਲੱਭੀ, ਫਿਰ ਦੂਜੀ ਕਿਹੜੀ ਮੋਹਨਜੋਦਾਰੋ ਲੱਭੀ ਹੈ। ਇਹਨਾਂ ਦੇ ਵਿੱਚ ਅਲੱਗ-ਅਲੱਗ ਸਾਈਟਾਂ ਦੇ ਵਿੱਚ ਕੀ ਵਿਸ਼ੇਸ਼ਤਾਵਾਂ ਸੀ, ਕੀ ਚੀਜ਼ਾਂ ਇਹਨਾਂ ਦੇ ਵਿੱਚੋਂ ਪਾਈਆਂ ਗਈਆਂ, ਇਹਨਾਂ ਦੀ ਖੁਦਾਈ ਕਿਸ ਪਰਸਨ ਨੇ ਕਰਵਾਈ ਹੈ, ਉਹ ਸਾਰੀ ਚੀਜ਼ ਆਪਾਂ ਡਿਟੇਲ 'ਚ ਹੁਣ ਪੜਾਂਗੇ। ਤੁਹਾਡੇ ਸਾਹਮਣੇ ਇੱਕ ਮੈਪ ਹੈ ਹਿੰਦੁਸਤਾਨ ਦਾ ਰਾਈਟ ਸਾਈਡ ਤੇ। ਇਸ ਨੂੰ ਥੋੜਾ ਜਿਹਾ ਜ਼ੂਮ ਕਰਕੇ ਦੇਖੋਗੇ ਤਾਂ ਉੱਪਰੋਂ ਜਿੱਥੇ ਰੈੱਡ ਪੁਆਇੰਟ ਲੱਗਿਆ, ਜੰਮੂ ਕਸ਼ਮੀਰ ਤੋਂ ਇੰਡਸ ਵੈਲੀ ਸਿਵਲਾਈਜੇਸ਼ਨ ਸ਼ੁਰੂ ਹੁੰਦੀ ਹੈ, ਕਿਉਂਕਿ ਸਿੰਧ ਨਦੀ ਜੰਮੂ ਕਸ਼ਮੀਰ ਦੀ ਨਦੀ ਹੈ, ਜੰਮੂ ਕਸ਼ਮੀਰ ਵਿੱਚ ਦੀ ਲੰਘ ਜਾਂਦੀ ਹੈ। ਨੀਚੇ ਇੱਥੇ ਮਹਾਰਾਸ਼ਟਰ ਤੱਕ, ਐਂਡ ਇੱਧਰ ਖੱਬੇ ਪਾਸੇ ਪਾਕਿਸਤਾਨ ਚ ਬਲੂਚਿਸਤਾਨ ਤੱਕ, ਔਰ ਇੱਧਰੋਂ ਯੂਪੀ ਮੇਰਠ ਤੱਕ। ਇਹ ਜਿੰਨਾ ਵੀ ਹਿੱਸਾ ਸੀ, ਆਹ ਵਾਲਾ ਏਰੀਆ ਸੀ, ਇਸ ਪੂਰੇ ਦੇ ਪੂਰੇ ਹਿੱਸੇ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਕਿਹਾ ਜਾਂਦਾ ਹੈ। ਯਾਨੀ ਕਿ ਇਸ ਏਰੀਏ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ, ਉਹ ਉਹਨਾਂ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਯਾਨੀ ਕਿ ਬੰਦੇ ਕਿਹਾ ਜਾਂਦਾ ਸੀ, ਜਿਹੜੇ ਇੱਥੇ ਰਹਿੰਦੇ ਸੀਗੇ। ਹੁਣ ਦੇਖਿਆ ਜਾਵੇ ਜੰਮੂ ਕਸ਼ਮੀਰ ਦੇ ਵਿੱਚ ਜਿੱਥੋਂ ਇੰਡਸ ਵੈਲੀ ਸਿਵਲਾਈਜੇਸ਼ਨ ਸ਼ੁਰੂ ਹੋਈ ਹੈ, ਉਸ ਪੁਆਇੰਟ ਨੂੰ ਆਪਾਂ ਬੋਲਦੇ ਹਾਂ ਮਾਂਡਾ, ਯਾਨੀ ਕਿ ਉਸ ਜਗ੍ਹਾ ਦਾ ਨਾਮ ਕੀ ਹੈ, ਮਾਂਡਾ। ਜੰਮੂ ਕਸ਼ਮੀਰ ਦੇ ਵਿੱਚ ਜਿੱਥੋਂ ਇੰਡਸ ਵੈਲੀ ਸਿਵਲਾਈਜੇਸ਼ਨ ਸ਼ੁਰੂ ਹੋਈ ਹੈ, ਉਹ ਕੀ ਹੈ, ਮਾਂਡਾ। ਔਰ ਨੀਚੇ ਸਾਊਥ ਦੀ ਗੱਲ ਕੀਤੀ ਜਾਵੇ ਤਾਂ ਸਾਊਥ ਦੇ ਵਿੱਚ ਨੀਚੇ ਆ ਕੇ ਮਹਾਰਾਸ਼ਟਰ ਦੇ ਦਹਿਮਾਬਾਦ ਤੱਕ ਇੰਡਸ ਵੈਲੀ ਸਿਵਲਾਈਜੇਸ਼ਨ ਸੀ। ਸਾਊਦਰਨ ਪੁਆਇੰਟ ਕੀ ਹੈ, ਦਹਿਮਾਬਾਦ। ਔਰ ਖੱਬੇ ਪਾਸੇ ਵੈਸਟ ਸਾਈਡ ਤੇ ਜਿਹੜਾ ਪੁਆਇੰਟ ਸੀ ਸਭ ਤੋਂ ਖੱਬੇ ਪਾਸੇ, ਦੈਟ ਇਜ਼ ਸੁਤਕਾ ਜ਼ੈਂਡਰ। ਸੁਤਕਾ ਜ਼ੈਂਡਰ ਕਿੱਥੇ ਹੈ, ਬਲੂਚਿਸਤਾਨ ਪਾਕਿਸਤਾਨ ਦੇ ਵਿੱਚ ਹੈ। ਇਸ ਸਾਈਡ ਦਾ ਨਾਮ ਸੀਗਾ ਸੁਤਕਾ ਜ਼ੈਂਡਰ। ਐਂਡ ਲਾਸਟ ਜਿਹੜੀ ਉਧਰ ਸੱਜੇ ਪਾਸੇ ਹੈ, ਉਹ ਸੀ ਆਲਮਗੀਰਪੁਰ। ਆਲਮਗੀਰਪੁਰ ਕਿੱਥੇ, ਯੂਪੀ ਦੇ ਵਿੱਚ। ਯਾਨੀ ਕਿ ਆਹ ਤੁਹਾਨੂੰ 4 ਨਾਮ ਤਾਂ ਟਿਪਸ ਤੇ ਹੋਣੇ ਚਾਹੀਦੇ ਨੇ। ਉੱਪਰ ਕਿੱਥੋਂ ਤੋਂ ਇੰਡਸ ਵੈਲੀ ਸਿਵਲਾਈਜੇਸ਼ਨ ਸ਼ੁਰੂ ਹੋਈ ਸੀ, ਮਾਂਡਾ ਤੋਂ। ਨੀਚੇ ਕਿੱਥੇ ਤੱਕ ਹੈ, ਮਹਾਰਾਸ਼ਟਰ ਦੇ ਦਹਿਮਾਬਾਦ ਤੱਕ। ਖੱਬੇ ਪਾਸੇ ਵੈਸਟ ਸਾਈਡ ਤੇ ਕਿੱਥੇ ਤੱਕ ਹੈ, ਸੁਤਕਾ ਜੈਂਟਰ ਸਾਈਡ ਦਾ ਨਾਮ ਹੈ ਬਲੂਚਿਸਤਾਨ ਤੱਕ। ਐਂਡ ਸੱਜੇ ਪਾਸੇ ਆਲਮਗੀਰਪੁਰ ਸਾਈਡ ਦਾ ਨਾਮ ਹੈ, ਔਰ ਇਹ ਕਿੱਥੇ ਤੱਕ ਹੈ, ਯੂਪੀ ਦੇ ਵਿੱਚ ਹੈਗੀ। ਫਸਟ ਸਾਈਟ ਜਿਹੜੀ ਡਿਸਕਵਰ ਹੋਈ ਹੈ ਉਹ ਕਿੱਥੇ ਹੈ, ਉਸਦਾ ਨਾਮ ਹੈ ਹਰੱਪਾ। ਹਰੱਪਾ ਕਿੱਥੇ ਹੈ ਜੀ, ਲੋਕੇਸ਼ਨ ਕੀ ਹੈ, ਮੌਂਟਗੋਮਰੀ ਜਗ੍ਹਾ ਦਾ ਨਾਮ ਹੈ। ਇਹ ਪੰਜਾਬ ਦੇ ਵਿੱਚ ਹੈ, ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ। ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਮੌਂਟਗੋਮਰੀ ਨਾਮ ਦੀ ਜਗ੍ਹਾ ਹੈ, ਜਿੱਥੇ ਹਰੱਪਾ ਸਿਵਲਾਈਜੇਸ਼ਨ ਆਪਾਂ ਨੂੰ ਮਿਲੀ ਹੈ। ਇੱਥੇ ਰਿਵਰ ਕਿਹੜਾ ਹੈ, ਰਾਵੀ ਦਰਿਆ ਦੇ ਕੰਢੇ ਤੇ ਇਹ ਮਿਲੀ ਹੈ। 1921 ਦੇ ਵਿੱਚ ਇਸ ਦੀ ਖੁਦਾਈ ਕਰਵਾਈ ਗਈ, ਇਸ ਨੂੰ ਖੋਦਿਆ ਗਿਆ, ਇਸ ਨੂੰ ਲੱਭਿਆ ਗਿਆ। ਫਿਰ ਪਤਾ ਲੱਗਿਆ ਵੀ ਨੀਚੋਂ ਇੱਟਾਂ ਦੇ ਇੱਟਾਂ ਨਿਕਲ ਰਹੀਆਂ ਨੇ ਧਰਤੀ ਦੇ ਵਿੱਚੋਂ, ਨੀਚੇ ਪਿੰਡਾਂ ਦੇ ਪਿੰਡ ਦਿਖ ਰਹੇ ਨੇ, ਨੀਚੇ ਸ਼ਹਿਰਾਂ ਦੇ ਸ਼ਹਿਰ ਦਿਖ ਰਹੇ ਨੇ। ਇਸ ਸਾਈਟ ਦਾ ਸਭ ਤੋਂ ਪਹਿਲਾ ਨਾਮ ਰੱਖਿਆ ਗਿਆ ਹਰੱਪਾ ਸਾਈਟ। ਔਰ ਇਸ ਦੀ ਖੁਦਾਈ ਕਰਵਾਉਣ ਵਾਲੇ ਬੰਦੇ ਦਾ ਨਾਮ ਕੀ ਸੀ, ਦਿਆਰਾਮ ਸਾਨੀ। ਇਸ ਦੀ ਖੁਦਾਈ ਕਰਵਾਉਣ ਵਾਲੇ ਬੰਦੇ ਦਾ ਨਾਮ ਸੀ ਦਿਆਰਾਮ ਸਾਨੀ। ਇਹਦੇ ਵਿੱਚ ਕੀ ਚੀਜ਼ਾਂ ਮਿਲੀਆਂ, ਮੈਂ ਸਿਰਫ ਇੰਪੋਰਟੈਂਟ ਚੀਜ਼ ਹਾਈਲਾਈਟ ਕਰੂੰਗਾ। ਕਫਨ ਬਿਊਰੀਅਲ। ਕਫਨ ਬਿਊਰੀਅਲ ਦਾ ਮਤਲਬ ਕੀ ਹੈ, ਕਿਸੇ ਬੰਦੇ ਨੂੰ ਕਬਰ ਦੇ ਵਿੱਚ ਦਫਨਾਇਆ ਗਿਆ, ਔਰ ਇਹ ਜਿਹੜੀ ਕਬਰ ਹੈ, ਲੱਕੜ ਦੀ ਕਬਰ ਜਾਂ ਕਿਸੇ ਹੋਰ ਚੀਜ਼ ਦੀ ਕਬਰ ਹੋਊਗੀ, ਇਸ ਕਬਰ ਦੇ ਵਿੱਚ ਦਫਨਾਇਆ ਗਿਆ। ਇਸ ਨੂੰ ਆਪਾਂ ਕਫਨ ਬਿਊਰੀਅਲ ਬੋਲਦੇ ਹਾਂ। ਇਹ ਚੀਜ਼ ਆਪਾਂ ਨੂੰ ਇੱਥੇ ਇੰਪੋਰਟੈਂਟ ਦਿਖੀ ਹਰੱਪਨ ਸਿਵਲਾਈਜੇਸ਼ਨ ਦੇ ਵਿੱਚ। ਸਾਈਟ ਹੈ ਮੋਹਨਜੋਦਾਰੋ। ਮੋਹਨਜੋਦਾਰੋ ਪਾਕਿਸਤਾਨ ਦੇ ਸਿੰਧ ਵਿੱਚ ਆਪਾਂ ਨੂੰ ਇਹ ਲੱਭੀ ਹੈ। ਇੱਥੇ ਨਦੀ ਕਿਹੜੀ ਹੈ, ਸਿੰਧੂ ਨਦੀ ਹੈ। 1922 ਦੇ ਵਿੱਚ ਇਸ ਦੀ ਖੁਦਾਈ ਕਰਵਾਈ ਗਈ ਹੈ। ਆਰ.ਡੀ. ਬੈਨਰਜੀ, ਪੂਰਾ ਨਾਮ ਰਖਲਦਾਸ ਬੈਨਰਜੀ ਹੈ, ਵੈਸੇ ਆਰ.ਡੀ. ਬੈਨਰਜੀ ਲਿਖ ਲਓ ਤੁਸੀਂ। ਆਰ.ਡੀ. ਬੈਨਰਜੀ ਦੁਆਰਾ ਇਹ ਖੁਦਾਈ ਕਰਵਾਈ ਗਈ ਹੈ।
ਔਰ ਇਹਦੇ ਵਿੱਚ ਸਭ ਤੋਂ ਵੱਧ ਚੀਜ਼ਾਂ ਆਪਾਂ ਨੂੰ ਮਿਲੀਆਂ ਨੇ ਔਰ ਇੰਪੋਰਟੈਂਟ ਵੀ ਨੇ। ਐਗਜ਼ਾਮ 'ਚ ਪੁੱਛਿਆ ਜਾਂਦਾ ਹੈ ਗ੍ਰੇਟ ਬਾਥ ਕਿੱਥੇ ਮਿਲਿਆ? ਮੋਹਨਜੋਦਾਰੋ ਦੇ ਵਿੱਚ ਮਿਲਿਆ। ਉਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਂਦਾ ਹੈ ਬ੍ਰੌਂਜ ਡਾਂਸਿੰਗ ਗਰਲ ਕਿੱਥੇ ਮਿਲੀ ਹੈ? ਮੋਹਨਜੋਦਾਰੋ ਦੇ ਵਿੱਚ ਮਿਲੀ ਹੈ। ਬੀਅਰਡਡ ਮੈਨ, ਦਾੜੀ ਮੁੱਛਾਂ ਵਾਲਾ ਬੰਦਾ ਕਿੱਥੇ ਮਿਲਿਆ? ਉਹ ਵੀ ਮੋਹਨਜੋਦਾਰੋ ਦੇ ਵਿੱਚ ਮਿਲਿਆ ਹੈ। ਪਸ਼ੂਪਤੀ ਜਿਸਦੀ ਇਹ ਪੂਜਾ ਕਰਦੇ ਸੀ ਲੋਕ, ਪਸ਼ੂਪਤੀ ਦੀ ਸੀਲ ਕਿੱਥੇ ਮਿਲੀ ਹੈ? ਮੋਹਨਜੋਦਾਰੋ ਦੇ ਵਿੱਚ ਮਿਲੀ ਹੈ। ਔਰ ਵੂਵਨ ਕਲੋਥ ਯਾਨੀ ਕਿ ਬੁਣਿਆ ਹੋਇਆ ਕੱਪੜਾ ਕਿੱਥੇ ਮਿਲਿਆ ਹੈ? ਉਹ ਵੀ ਮੋਹਨਜੋਦਾਰੋ ਦੇ ਵਿੱਚ ਪਾਇਆ ਗਿਆ। ਸੋ ਇਹ 5 ਚੀਜ਼ਾਂ ਇੰਪੋਰਟੈਂਟ ਨੇ ਮੋਹਨਜੋਦਾਰੋ ਵਾਸਤੇ। ਨਾਓ ਥਰਡ ਸਾਈਟ ਇਜ਼ ਲਰਕਾਣਾ। ਲਰਕਾਣਾ ਕਿੱਥੇ ਹੈ ਜੀ? ਲਰਕਾਣਾ ਜ਼ਿਲ੍ਹਾ ਹੈ ਪੰਜਾਬ ਦੇ ਵਿੱਚ, ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ। ਪਾਕਿਸਤਾਨ ਦੇ ਪੰਜਾਬ ਦੇ ਵਿੱਚ ਇੱਕ ਜ਼ਿਲ੍ਹਾ ਹੈ ਲਰਕਾਣਾ। ਇਹਦੀ ਵੀ ਖੁਦਾਈ ਆਰ.ਡੀ. ਬੈਨਰਜੀ ਨੇ ਹੀ ਕਰਾਈ ਹੈ, 1922 ਦੇ ਵਿੱਚ ਹੀ ਕਰਵਾਈ ਹੈ। ਔਰ ਇੱਥੇ ਦਰਿਆ ਵੀ ਕਿਹੜਾ ਹੈ? ਸਿੰਧੂ ਦਰਿਆ ਹੀ ਹੈ। ਔਰ ਇਹਦੇ ਵਿੱਚ ਆਪਾਂ ਨੂੰ ਜਿਉਂ ਲੱਭਿਆ, ਸਭ ਤੋਂ ਪਹਿਲੀ ਵਾਰੀ ਜਿਉਂ ਇੱਥੇ ਲੱਭਿਆ ਸੀ। ਫੋਰਥ ਸਾਈਟ ਇਜ਼ ਸੁਖਤਾ ਜੈਂਡਰ। ਸੁਖਤਾ ਜੈਂਡਰ 1927 ਦੇ ਵਿੱਚ ਇਸ ਦੀ ਖੁਦਾਈ ਕਰਵਾਈ ਗਈ ਹੈ। ਸੁਤਕਾ ਜੈਂਡਰ ਦੀ ਖੁਦਾਈ ਕਰਵਾਉਣ ਵਾਲੇ ਬੰਦੇ ਦਾ ਨਾਮ ਹੈ ਆਰ.ਐਲ. ਸਟੀਨ। ਇਹ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਦੇ ਵਿੱਚ ਇੱਕ ਰਿਵਰ ਹੈ, ਦਰਿਆ ਹੈ, ਜਿਸ ਦਾ ਨਾਮ ਹੈ ਦਸਤ ਰਿਵਰ। ਉਸ ਦੇ ਕਿਨਾਰੇ ਤੇ ਉਸ ਦੇ ਨੇੜੇ ਇਸ ਦੀ ਖੁਦਾਈ ਕਰਵਾਈ ਗਈ ਸੀਗੀ। ਐਂਡ ਇੱਥੋਂ ਆਪਾਂ ਨੂੰ ਕੀ ਪਤਾ ਲੱਗਿਆ ਕਿ ਲੋਕ ਵਪਾਰ ਕਰਦੇ ਸੀਗੇ, ਯਾਨੀ ਕਿ ਹਰੱਪਾ ਤੋਂ ਲੈ ਕੇ ਬੇਬੀਲੋਨ ਤੱਕ ਜਿਹੜੇ ਲੋਕ ਸੀਗੇ ਉਹ ਇੱਕ ਦੂਜੇ ਨਾਲ ਵਪਾਰ ਕਰਦੇ ਸੀ। ਹਰੱਪਾ ਇੱਕ ਅਲੱਗ ਸਾਈਟ ਹੈ, ਬੇਬੀਲੋਨ ਇੱਕ ਅਲੱਗ ਹੈ। ਹਰੱਪਾ ਲੋਕ ਬੇਬੀਲੋਨ ਸਾਈਡ ਦੇ ਲੋਕਾਂ ਦੇ ਨਾਲ ਇਸ ਰਸਤੇ ਰਾਹੀਂ, ਸੁਤਕਾ ਜੈਂਡਰ ਰਸਤੇ ਰਾਹੀਂ ਵਪਾਰ ਕਰਿਆ ਕਰਦੇ ਸੀ। ਛੰਨੋਦਾਰੋ। ਛੰਨੋਦਾਰੋ ਕਿੱਥੇ ਹੈ? ਪਾਕਿਸਤਾਨ ਦੇ ਵਿੱਚ, ਸਿੰਧ ਦੇ ਵਿੱਚ, ਸਿੰਧ ਪਾਕਿਸਤਾਨ ਦੇ ਵਿੱਚ। ਉੱਥੇ ਨਦੀ ਕਿਹੜੀ ਹੋ? ਸਿੰਧ ਨਦੀ। 1934 ਦੇ ਵਿੱਚ ਇਸ ਦੀ ਖੁਦਾਈ ਕਰਾਈ ਗਈ। ਗੋਪਾਲ ਮਜੂਮਦਾਰ ਨਾਮ ਦੇ ਬੰਦੇ ਦੁਆਰਾ ਖੁਦਾਈ ਕਰਵਾਈ ਗਈ। ਔਰ ਇਸ ਛੰਨੋਦਾਰੋ ਦੇ ਵਿੱਚੋਂ ਕਾਫੀ ਵਾਰ ਪੇਪਰ ਦੇ ਵਿੱਚ ਕੁਐਸਚਨ ਆ ਵੀ ਚੁੱਕਿਆ ਹੈ। ਇੱਥੇ ਲਿਪਸਟਿਕ ਲੱਭੀ ਹੈ ਜੀ, ਬਲੈਕ ਲਾਈਨਰ ਲੱਭਿਆ, ਇੱਥੇ ਕੰਗੀ ਲੱਭੀ ਹੈ, ਇੱਥੇ ਮਣਕੇ ਬਣਾਉਣ ਵਾਲੀ ਫੈਕਟਰੀ ਲੱਭੀ ਹੈ। ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਐਸੀ ਕਿਹੜੀ ਸਾਈਟ ਹੈ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਉੱਥੋਂ ਦੀਆਂ ਜਿਹੜੀਆਂ ਲੇਡੀਜ਼ ਸੀਗੀਆਂ ਉਹ ਕਾਫੀ ਫੈਸ਼ਨੇਬਲ ਸੀਗੀਆਂ, ਯਾਨੀ ਕਿ ਫੈਸ਼ਨ ਕਰਦੀਆਂ ਸੀਗੀਆਂ। ਲਿਪਸਟਿਕ, ਕੰਗੀ, ਬਲੈਕ ਲਾਈਨਰ, ਇਹਦਾ ਮਤਲਬ ਇਹ ਕਿੱਥੇ ਮਿਲੀਆਂ ਨੇ? ਛੰਨੋਦਾਰੋ ਚੋਂ ਮਿਲੀਆਂ ਨੇ। ਇਟ ਮੀਨਸ ਉਸ ਜ਼ਮਾਨੇ ਦੇ ਵਿੱਚ ਵੀ ਲੋਕ ਫੈਸ਼ਨ ਕਰਿਆ ਕਰਦੇ ਸੀ। ਇਹ ਚੀਜ਼ ਛੰਨੋਦਾਰੋ ਚੋਂ ਜਾ ਕੇ ਪਤਾ ਲੱਗੀ ਹੈ। ਨੈਕਸਟ ਸਾਈਟ ਹੈ ਜੀ ਰੋਪੜ। ਰੋਪੜ ਆਪਣਾ ਪੰਜਾਬ, ਸਤਲੁਜ ਦਰਿਆ ਦੇ ਕੰਢੇ। 1953 ਤੋਂ ਲੈ ਕੇ 1955 ਤੱਕ 2-3 ਸਾਲ ਖੁਦਾਈ ਚੱਲੀ। ਯੋਗਿਆ ਦੱਤ ਸ਼ਰਮਾ ਜੀ ਦੁਆਰਾ ਇਹ ਖੁਦਾਈ ਕਰਵਾਈ ਗਈ। ਇੱਥੇ ਇਸ ਸਾਈਟ ਤੇ ਬੰਦੇ ਦੇ ਕੰਕਾਲ ਦੇ ਨਾਲ ਕੁੱਤੇ ਦਾ ਕੰਕਾਲ ਲੱਭਿਆ। ਨੈਕਸਟ ਸਾਈਟ ਇਜ਼ ਲੋਥਲ। ਲੋਥਲ ਕਿੱਥੇ ਹੈ ਜੀ? ਅਹਿਮਦਾਬਾਦ, ਗੁਜਰਾਤ ਦੇ ਵਿੱਚ। ਇੱਥੇ ਨਦੀ ਹੈ ਭੋਗਵਾ ਨਦੀ। 1955 ਤੋਂ ਲੈ ਕੇ 1962 ਤੱਕ ਇੱਥੇ ਖੁਦਾਈ ਹੋਈ ਹੈ। ਰੰਗਨਾਥ ਰਾਓ ਜੀ ਦੁਆਰਾ ਇੱਥੇ ਖੁਦਾਈ ਕਰਵਾਈ ਗਈ ਹੈ। ਔਰ ਇੱਥੇ ਆਪਾਂ ਨੂੰ ਮਿਲਿਆ ਕੀ ਹੈ? ਇੰਪੋਰਟੈਂਟ ਚੀਜ਼ਾਂ। ਇੱਥੇ ਵੀ ਮਣਕੇ ਬਣਾਉਣ ਵਾਲੀ ਫੈਕਟਰੀ ਲੱਭੀ ਹੈ। ਇੱਥੇ ਡੋਕਯਾਰਡ, ਡੋਕਯਾਰਡ ਦਾ ਮਤਲਬ ਹੁੰਦਾ ਹੈ, ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਪੋਰਟ, ਯਾਨੀ ਕਿ ਬੰਦਰਗਾਹ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਜਾਣਾ ਹੈ, ਵਪਾਰ ਕਰਨ ਲਈ ਜਾਣਾ ਹੈ ਜਾਂ ਜਿਵੇਂ ਮਰਜ਼ੀ ਜਾਣਾ ਹੈ, ਔਰ ਕਿਸ਼ਤੀ ਰਾਹੀਂ ਜਾਣਾ। ਡੋਕਯਾਰਡ ਮਿਲਿਆ ਇੱਥੇ। ਇੱਥੇ ਸਟੈਂਪ ਮਿਲੀ ਹੈ, ਯਾਨੀ ਕਿ ਸੀਲ ਮਿਲੀ ਹੈ, ਬਟਨ ਵਾਲੀ ਸੀਲ। ਇੱਥੇ ਫਾਇਰ ਆਲਟਰਸ, ਫਾਇਰ ਆਲਟਰਸ ਦਾ ਮਤਲਬ ਹੈ ਯਗਨ ਕੁੰਡ, ਜਿਹਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਨਾ ਅੱਗ ਬੇਦੀ, ਜਿਹਦੇ ਵਿੱਚ ਆਪਾਂ ਸੁਆਹਾ ਕਰਦੇ ਹਾਂ, ਆਪਾਂ ਆਹੂਤੀ ਪਾਉਣੇ ਆ। ਇਹ ਚੀਜ਼ ਇੱਥੇ ਲੱਭੀ ਹੈ। ਇੱਥੇ ਪੇਂਟ ਕੀਤੇ ਹੋਏ ਜਾਰ ਲੱਭੇ ਨੇ, ਔਰ ਇੱਥੇ ਰਾਈਸ ਲੱਭਿਆ, ਔਰ ਇੱਥੇ ਹਾਥੀ ਦੇ ਦੰਦ ਲੱਭੇ ਨੇ। ਇਹ ਚੀਜ਼ਾਂ ਲੋਥਲ ਸਾਈਡ ਦੇ ਵਿੱਚ ਮਿਲੀਆਂ ਨੇ। ਸੋ ਲੋਥਲ ਸਾਈਡ ਦੇ ਵਿੱਚ ਬਹੁਤ ਕੁਝ ਮਿਲਿਆ ਹੈ। ਅਹਿਮਦਾਬਾਦ, ਗੁਜਰਾਤ ਦੇ ਵਿੱਚ ਲੋਥਲ ਸਾਈਡ ਭੋਗਵਾ ਰਿਵਰ ਹੈ, ਉੱਥੇ 1955 ਤੋਂ 1962 ਦੇ ਵਿੱਚ ਖੁਦਾਈ ਹੋਈ। ਐਂਡ ਇਹ ਚੀਜ਼ਾਂ ਰੰਗਨਾਥ ਰਾਓ ਜੀ ਨੇ ਖੁਦਾਈ ਕਰਵਾ ਕੇ ਇੱਥੇ ਪ੍ਰਾਪਤ ਕੀਤੀਆਂ ਨੇ। ਇਸ ਤੋਂ ਬਾਅਦ ਨੈਕਸਟ ਸਾਈਟ
ਆਲਮਗੀਰਪੁਰ ਸਾਈਟ ਕਿੱਥੇ ਹੈ? ਮੇਰਠ ਦੇ ਵਿੱਚ, ਯੂਪੀ ਦੇ ਵਿੱਚ। ਇੱਥੇ ਕਿਹੜੀ ਨਦੀ ਹੈ? ਹਿੰਡਨ ਨਦੀ ਹੈ। 1958 ਦੇ ਵਿੱਚ YD ਸ਼ਰਮਾ ਯਾਨੀ ਕਿ ਉਹੀ ਯੁਗਦੱਤ ਸ਼ਰਮਾ ਜੀ ਨੇ ਇੱਥੇ ਖੁਦਾਈ ਕਰਵਾਈ ਹੈ ਔਰ ਇੱਥੇ ਪਹਿਲੀ ਵਾਰੀ ਕੱਪੜਾ ਲੱਭਿਆ ਗਿਆ ਜੀ। ਆਲਮਗੀਰਪੁਰ ਯੂਪੀ ਦੇ ਵਿੱਚ ਕੱਪੜਾ ਲੱਭਿਆ ਗਿਆ। ਧੋਲਾਵੀਰਾ ਸਾਈਟ ਵੀ ਗੁਜਰਾਤ ਦੇ ਵਿੱਚ, ਕੱਚ ਗੁਜਰਾਤ ਦੇ ਵਿੱਚ ਲੱਭੀ ਔਰ ਇੱਥੇ ਘੱਗਰ ਦਰਿਆ ਸੀ। ਘੱਗਰ ਦਰਿਆ ਦੇ ਕੰਢੇ ਤੇ ਇਹ ਸਾਈਟ ਲੱਭੀ। JP ਜੋਸ਼ੀ ਜੀ ਨੇ ਖੁਦਾਈ ਕਰਾਈ ਹੈ 1960 ਦੇ ਵਿੱਚ ਔਰ ਇੱਥੇ ਲੱਭਿਆ ਕਿ ਇੱਥੇ ਬਹੁਤ ਹੀ ਮਹੱਤਵਪੂਰਨ ਇੱਕ ਕੁਐਸਚਨ ਬਣਦਾ ਹੈ। ਇੱਥੇ ਲੋਕਾਂ ਨੇ ਰਿਜ਼ਰਵਾਇਰ ਕੰਸਟਰਕਟ ਕਰਵਾਏ ਹੋਏ ਸੀ, ਯਾਨੀ ਕਿ ਹੋ ਸਕਦਾ ਹੈ, ਇਹ ਸਮਝਿਆ ਜਾ ਸਕਦਾ ਹੈ ਕਿ ਉੱਥੇ ਪਾਣੀ ਦੀ ਕਮੀ ਹੋ ਸਕਦੀ ਹੈ, ਪਰ ਗੁਜਰਾਤ ਦੇ ਕੱਚ ਦੇ ਵਿੱਚ ਪਾਣੀ ਦੀ ਕਮੀ ਤਾਂ ਹੈ ਨਹੀਂ, ਬਟ ਉੱਥੇ ਲੋਕਾਂ ਨੇ ਪਾਣੀ ਨੂੰ ਸਟੋਰ ਕਰਕੇ ਰੱਖਣ ਵਾਸਤੇ ਰਿਜ਼ਰਵਾਇਰ ਬਣਵਾਏ ਹੋਏ ਸੀਗੇ ਔਰ ਪੱਥਰਾਂ ਦੀ ਹੈਲਪ ਦੇ ਨਾਲ ਕੰਸਟਰਕਟ ਕਰਕੇ ਰਿਜ਼ਰਵਾਇਰ ਤਿਆਰ ਕੀਤੇ ਹੋਏ ਸੀ, ਯਾਨੀ ਕਿ ਵਾਟਰ ਦੀ ਹਾਰਵੈਸਟਿੰਗ ਕਰਦੇ ਸੀਗੇ। ਇੱਥੇ ਪਾਣੀ ਨੂੰ ਸੰਜੋ ਕੇ ਯਾਨੀ ਕਿ ਜੋੜ ਕੇ ਰੱਖਿਆ ਜਾਂਦਾ। ਨੈਕਸਟ ਸਾਈਟ ਇਜ਼ ਕਾਲੀਬੰਗਾ। ਕਾਲੀਬੰਗਾ ਨਾਮ ਤੋਂ ਹੀ ਪਤਾ ਲੱਗਦਾ ਹੈ, ਕਾਲੀ ਯਾਨੀ ਕਿ ਬਲੈਕ, ਬੰਗ ਮਤਲਬ ਚੂੜੀ। ਜਿੱਥੇ ਕਾਲੇ ਰੰਗ ਦੀਆਂ ਚੂੜੀਆਂ ਲੱਭੀਆਂ ਨੇ ਉਸ ਸਾਈਡ ਦਾ ਨਾਮ ਰੱਖਿਆ ਗਿਆ ਕਾਲੀਬੰਗਾ। ਰਾਜਸਥਾਨ ਦੇ ਨੇੜੇ ਸ਼੍ਰੀ ਗੰਗਾਨਗਰ ਸ਼ਹਿਰ ਦੇ ਵਿੱਚ ਕਾਲੀਬੰਗਾ ਸਾਈਟ ਲੱਭੀ ਗਈ। ਘੱਗਰ ਦਰਿਆ ਦੇ ਨੇੜੇ ਹੈ। 1961 ਦੇ ਵਿੱਚ ਇਸ ਨੂੰ ਲੱਭਿਆ ਗਿਆ, ਖੁਦਾਈ ਕਰਾਈ ਗਈ। ਬ੍ਰਿਜਬਾਸੀ ਲਾਲ ਅਤੇ ਬਾਲ ਕ੍ਰਿਸ਼ਨ ਥਾਪਰ ਜੀ ਦੁਆਰਾ, ਦੋ ਜਾਣਿਆਂ ਦੁਆਰਾ ਇਹ ਖੁਦਾਈ ਕਰਵਾਈ ਗਈ ਹੈ। ਇੱਥੇ ਬੇਕਡ ਯਾਨੀ ਕਿ ਬਣੀਆਂ ਹੋਈਆਂ ਅਤੇ ਬਰਨਟ ਯਾਨੀ ਕਿ ਜਲੀਆਂ ਹੋਈਆਂ ਚੂੜੀਆਂ ਮਿਲੀਆਂ ਨੇ। ਫਾਇਰ ਆਲਟਰਸ, ਉਹੀ ਫਾਇਰ ਆਲਟਰਸ ਯਾਨੀ ਕਿ ਅਗਨੀ ਦੀਆਂ ਵੇਦੀਆਂ। ਇੱਥੇ ਸ਼ਿਵਲਿੰਗ ਮਿਲਿਆ, ਵੈਰੀ ਵੈਰੀ ਇੰਪੋਰਟੈਂਟ, ਸ਼ਿਵਲਿੰਗ ਇੱਥੇ ਮਿਲਿਆ ਔਰ ਇੱਥੇ ਊਠਾਂ ਦੀਆਂ ਹੱਡੀਆਂ ਮਿਲੀਆਂ ਨੇ। ਰਾਜਸਥਾਨ ਰੇਤਲਾ ਜਗ੍ਹਾ ਹੋਗੀ ਔਰ ਉੱਥੇ ਊਠਾਂ ਦੀਆਂ, ਕੈਮਲਸ ਦੀਆਂ ਹੱਡੀਆਂ ਮਿਲੀਆਂ ਨੇ ਕਾਲੀਬੰਗਾ ਦੇ ਵਿੱਚ। ਨੈਕਸਟ ਸਾਈਟ ਇਜ਼ ਬਾਨਾਵਲੀ। ਬਾਨਾਵਲੀ ਹੈ ਜਿਹੜੀ ਫਤਿਆਬਾਦ ਹਰਿਆਣੇ ਦੇ ਵਿੱਚ ਹੈ ਔਰ ਇਸ ਦੀ ਜਿਹੜੀ ਖੁਦਾਈ ਹੈ ਉਹ ਡਾਕਟਰ RS ਬਿਸਟ ਜੀ ਦੁਆਰਾ ਕਰਵਾਈ ਗਈ ਹੈ। 1983 ਤੋਂ 1984 ਤੱਕ ਇੱਥੇ ਖੁਦਾਈ ਹੋਈ। ਇੱਥੇ ਵੀ ਆਪਾਂ ਨੂੰ ਜਿਉਂ ਲੱਭਿਆ ਔਰ ਇੱਥੇ ਟੈਰਾਕੋਟਾ ਫਿਗਰ ਆਫ ਪਲੋ ਯਾਨੀ ਕਿ ਟੈਰਾਕੋਟਾ ਨਾਲ ਬਣਿਆ ਹੋਇਆ ਹਲ। ਟੈਰਾਕੋਟਾ ਯਾਨੀ ਕਿ ਮਿੱਟੀ ਦੇ ਨਾਲ ਬਣਿਆ ਹੋਇਆ ਹਲ ਇੱਥੋਂ ਮਿਲਿਆ ਹੈ ਆਪਾਂ ਨੂੰ। ਇਟ ਮੀਨਸ ਹੋ ਸਕਦਾ ਹੈ ਇੱਥੋਂ ਦੇ ਲੋਕ ਵੀ ਐਗਰੀਕਲਚਰ ਦੇ ਨਾਲ ਸੰਬੰਧਿਤ ਹੋਣ, ਤਾਂ ਹੀ ਆਪਾਂ ਨੂੰ ਇੱਥੇ ਜਿਉਂ ਵੀ ਮਿਲਿਆ। ਸੋ ਬਾਨਾਵਲੀ ਲੋਕੇਸ਼ਨ। ਅੱਛਾ, ਇੱਥੇ ਰਿਵਰ ਨਹੀਂ ਲਿਖਿਆ ਹੋਇਆ, ਇੱਥੇ ਰਿਵਰ ਤੁਸੀਂ ਲਿਖੋਗੇ ਘੱਗਰ, ਰਿਵਰ ਲਿਖੋਗੇ ਘੱਗਰ। ਨੈਕਸਟ ਹੈ ਲਾਸਟ ਰਾਖੀਗੜੀ। ਰਾਖੀਗੜੀ ਹਰਿਆਣੇ ਦੇ ਵਿੱਚ ਹੈ, ਹਿਸਾਰ ਦੇ ਵਿੱਚ ਔਰ 1997 ਤੋਂ ਲੈ ਕੇ 2000 ਤੱਕ ਇੱਥੇ ਖੁਦਾਈ ਹੋਈ ਹੈ। ਅਮਰਿੰਦਰਨਾਥ ਨੇ ਇੱਥੇ ਖੁਦਾਈ ਕਰਾਈ ਹੈ। ਇਹ ਵੀ ਘੱਗਰ ਦਰਿਆ ਲਿਖਣਾ ਹੈ ਤੁਸੀਂ, ਰਿਵਰ ਨਹੀਂ ਲਿਖਿਆ ਹੋਇਆ, ਘੱਗਰ ਲਿਖਣਾ ਹੈ। ਇੱਥੇ ਮਿੱਟੀ ਦੇ ਬਣੇ ਹੋਏ, ਟੈਰਾਕੋਟਾ ਦੇ ਬਣੇ ਹੋਏ ਚੱਕੇ, ਵੀਲਸ ਮਿਲੇ ਨੇ। ਇੱਥੇ ਬੱਚਿਆਂ ਦੇ ਖਿਡੌਣੇ ਮਿਲੇ ਨੇ। ਇੱਥੇ ਪੋਟਰੀ ਯਾਨੀ ਕਿ ਮਿੱਟੀ ਦੇ ਭਾਂਡੇ ਮਿਲੇ ਨੇ ਔਰ ਇਹ ਸਭ ਤੋਂ ਵੱਡੀ ਸਾਈਟ ਹੈ, ਲਾਰਜੈਸਟ ਸਾਈਟ ਹੈ ਰਾਖੀਗੜੀ। ਇਨਫੋਰਮੇਸ਼ਨ ਹੈ ਜਿਹਦੇ ਵਿੱਚ ਫਸਟ ਪੁਆਇੰਟ ਹੈ ਲਾਰਜੈਸਟ ਪੋਪੂਲੇਟਡ ਸਾਈਟ, ਯਾਨੀ ਕਿ ਸਭ ਤੋਂ ਵੱਧ ਜਨਸੰਖਿਆ ਵਾਲੀ ਸਾਈਟ ਹੈ ਜਿਹੜੀ, ਉਹ ਕਿਹੜੀ ਸੀਗੀ? ਦੈਮਾਬਾਦ ਮਹਾਰਾਸ਼ਟਰ, ਜਿੱਥੇ ਸਭ ਤੋਂ ਜ਼ਿਆਦਾ ਲੋਕ ਪਾਏ ਗਏ ਨੇ। ਦੇਖੋ ਸਭ ਤੋਂ ਜ਼ਿਆਦਾ ਲੋਕ ਕਿੱਥੇ ਪਾਏ ਜਾਣਗੇ? ਜਿੱਥੇ ਸਭ ਤੋਂ ਜ਼ਿਆਦਾ ਕੰਕਾਲ ਮਿਲਣਗੇ, ਜਿੱਥੇ ਸਭ ਤੋਂ ਜ਼ਿਆਦਾ ਡੈਡ ਬੋਡੀਜ਼ ਲੱਭਣਗੀਆਂ, ਉੱਥੇ ਹੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ। ਸੋ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲੇਟਡ ਜਿਹੜੀ ਸਾਈਟ ਮਿਲੀ ਹੈ ਉਹ ਹੈ ਦੈਮਾਬਾਦ ਮਹਾਰਾਸ਼ਟਰ ਦੀ। ਨੈਕਸਟ ਹੈ ਮੋਸਟ ਮਾਡਰਨ ਸਾਈਟ, ਜਿਹੜੀ ਸਭ ਤੋਂ ਜ਼ਿਆਦਾ ਮਾਡਰਨ ਸਾਈਟ ਸੀਗੀ ਉਹ ਕਿਹੜੀ ਸੀਗੀ? ਮੋਹਨਜੋਦਾਰੋ। ਮੋਹਨਜੋਦਾਰੋ ਮੋਸਟ ਮਾਡਰਨ ਸਾਈਟ ਸੀ। ਇੱਥੇ ਸਭ ਤੋਂ ਜ਼ਿਆਦਾ ਡਰੇਨੇਜ, ਪ੍ਰੋਪਰ ਡਰੇਨੇਜ ਸਿਸਟਮ ਸੀਗਾ। ਇੱਥੋਂ ਦੇ ਲੋਕ ਹੀ ਸਿਟਾਡਲ ਅਤੇ ਲੋਅਰ ਲੈਵਲ ਤੇ ਰਹਿੰਦੇ ਸੀਗੇ। ਸੋ ਮੋਹਨਜੋਦਾਰੋ ਹੈ ਜਿਹੜੀ ਉਹ ਸਭ ਤੋਂ ਮਤਲਬ ਮਾਡਰਨ ਸਾਈਟ ਮੰਨੀ ਗਈ ਹੈ। ਤੀਸਰੀ ਸਾਈਟ, ਸਭ ਤੋਂ ਵੱਡੀ ਸਾਈਟ, ਹੁਣੀ ਮੈਂ ਤੁਹਾਨੂੰ ਦੱਸ ਕੇ ਹਟਿਆ,
सब तो बड़ी साइट बिगेस्ट साइट केड़ी सीगी राखी गढ़ी हिसार हरियाणे वाली बिगेस्ट साइट है जी वो है राखी गढ़ी जी की हिसार हरियाणे वाली। नैक्सट लार्जेस्ट सिटी सब तो बड़ा शहर वो साइट का मतलब ये नहीं है कि साइट दे विच इक्को ही शहर है साइट का मतलब है कि बड़े बड़े पिंड बड़े बड़े शहरां नाल बने हुई एक कस्बा एक पूरे का पूरा ग्रुप दैट इज राखी गढ़ी सब तो बड़ा कस्बा सी। और सब तो बड़ा शहर एक शहर जिहड़ा लभ्या वो है मोहनजोदारो लार्जेस्ट सिटी 300 हेक्टेयर्स दे विच फैलिया होया मोहनजोदारो। एंड लास्ट लाइन फिफ्थ पॉइंट देखो की लिखा है इंडस वैली सिविलाइजेशन दे जिहड़े लोग सी उन्हां ने गोल्ड दा कॉपर दा सिल्वर दा ते ब्रॉन्ज दा यूज उन्हां नूं पता लग गया सी पर इस जमाने च भी हले आयरन बारे कुछ नहीं पता सी यानी कि गोल्ड सिल्वर कॉपर ब्रोंज आ चुकिया सी और आयरन हले तक भी पता नहीं लग गया सी। सो इंडस वैली सिविलाइजेशन जिस तरह इंडस वैली सिविलाइजेशन है उसी तरह टोटल 4 सिविलाइजेशंस ने वड्डियां वड्डियां इंडस वैली सिविलाइजेशन उन्हां चों एक है जिहड़ी कि हिंदुस्तान दे विच लभी गई है हिंदुस्तान पाकिस्तान च लभी गई है एक चाइना च लभी गई है जी एक रशिया च लभी गई है एक होर जगह लभी गई है। इसी तरह जिहड़ी इंडिया दी इंडस वैली सिविलाइजेशन है उसी तरह एक होर सिविलाइजेशन है जिहदा नाम है मैसोपोटामिया कहा जाता है कि इंडस वैली सिविलाइजेशन दे लोग ने जिहड़े वो मैसोपोटामिया जिहड़ी सिविलाइजेशन है उत्थे दे लोकां नाल भी वपार करया करदे। सो स्टूडेंट्स अज दी इस क्लास दे विच आपां ने प्रोटो हिस्टरी कंप्लीट कर लई है इंडस वैली सिविलाइजेशन बारे आपां ने सिक्ख्या। नैक्सट वीडियो दे विच आपां वेद्स टॉपिक स्टार्ट करांगे जिहदे विच आपां वेदां बारे पढ़ांगे। एंड आई होप तुहानू मेरी वीडियोस पसंद आईयां ने। इस तो पिछले लैक्चर दे विच मैंने प्री हिस्टरी दी वीडियो अपलोड कीती सी आई होप तुसी वो भी देख चुके होंगे और तुहानू पसंद आई होएगी। अगर तुहानू मेरी वीडियोस पसंद आ रही हैं तो मेरे यूट्यूब चैनल नू सबसक्राइब करो ज्यादा तो ज्यादा अपने फ्रेंड्स के नाल शेयर करो। थैंक यू सो मच।